ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਜੁੜ ਮਿਲ ਬੈਠੇ ਹਾਂ। ਸੋ ਰਲ ਮਿਲ ਕਰਕੇ ਅੱਜ ਆਪਾਂ 4 ਪ੍ਰਕਾਰ ਦੀ ਚਰਚਾ ਇਹਦੀ ਵਿਚਾਰ ਕਰਨੀ ਆ। ਸਤਿਗੁਰੂ ਜੀ ਆਪਾਂ ਨੂੰ ਸਮੱਤ ਬਖਸ਼ਿਸ਼ ਕਰਨ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਹੀ ਵਿਚਾਰ ਕਰਾ ਲੈਣ। ਸੋ ਹਾਜ਼ਰੀ ਲਵਾਈਏ, ਫਤਿਹ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ 2 ਪ੍ਰਕਾਰ ਦੀ ਵਿਚਾਰ ਚਰਚਾ ਕਰਨੀ ਆ, 2 ਪ੍ਰਕਾਰ ਦੀ ਨਹੀਂ ਕਰਨੀ, ਇਹਦੀ ਆਪਾਂ ਵਿਚਾਰ ਕਰੀਏ। ਤੇ 4 ਪ੍ਰਕਾਰ ਦੀ ਚਰਚਾ ਮੰਨੀ ਆ। ਪਹਿਲੇ ਨੰਬਰ 'ਚ ਵਾਦ ਚਰਚਾ, ਦੂਜੇ ਨੰਬਰ 'ਤੇ ਹੇਤ ਚਰਚਾ, ਤੀਜੇ ਨੰਬਰ 'ਤੇ ਜਲਪ ਚਰਚਾ, ਚੌਥੇ ਨੰਬਰ 'ਤੇ ਵਟੰਦੇ ਚਰਚਾ ਜਾਂ ਵਟੰਦਾਵਾਦ। 2 ਪ੍ਰਕਾਰ ਦੀ ਵਿਚਾਰ ਕਰਨੀ ਹੈ ਸਿੱਖਾਂ ਨੇ, 2 ਪ੍ਰਕਾਰ ਦੀ ਨਹੀਂ ਕਰਨੀ। ਅੱਜ ਵੀ ਐਸੇ ਕਈ ਸ਼ੰਕੇ ਖੜੇ ਕੀਤੇ ਜਾਂਦੇ ਹਨ ਅਤੇ ਕਈ ਕਹਿੰਦੇ ਇਹਨਾਂ ਮਨਮਤੀਆਂ ਦਾ ਜਵਾਬ ਨਹੀਂ ਦਿੰਦੇ, ਗੱਲ ਨਹੀਂ ਕਰਦੇ। ਸੋ ਜਿਨ੍ਹਾਂ ਨੇ ਇਤਿਹਾਸ ਕੋਈ ਪੜ੍ਹਿਆ ਸੁਣਿਆ ਨਹੀਂ, ਗੁਰਬਾਣੀ ਪੜ੍ਹੀ ਸੁਣੀ ਨਹੀਂ, ਕੋਈ ਸ਼ਬਦ ਦੀ ਵਿਚਾਰ ਨਹੀਂ, ਅਤੇ ਕੇਵਲ ਅਤੇ ਕੇਵਲ ਗੱਲਾਂ ਬਾਤਾਂ ਹੀ ਆ, ਉਹਨਾਂ ਨਾਲ ਕਾਹਦੀ ਵਿਚਾਰ ਅਤੇ ਕਾਹਦੀ ਚਰਚਾ। ਚਰਚਾ ਤਾਂ ਜਿਹਨੂੰ ਕੁਛ ਨਾ ਕੁਛ ਗੁਰਮਤਿ ਦੀ ਸੋਝੀ ਆ, ਨੌਲੇਜ ਆ, ਕੁਛ ਨਾ ਕੁਛ ਜਾਣਕਾਰੀ ਹੈ, ਕੋਈ ਨਿਤਨੇਮੀ ਹੈ, ਬਾਣੀ ਪੜ੍ਹਨ ਵਾਲਾ ਹੈ, ਉਹਦੇ ਨਾਲ ਕੋਈ ਵਿਚਾਰ ਬਣਦੀ ਆ। ਜਿਹੜਾ ਕੋਈ ਵਿਚਾਰ ਨੂੰ ਮੰਨੇ ਵੀ ਵਿਚਾਰ ਕਿਹਨੂੰ ਕਹਿੰਦੇ ਨੇ ਅਤੇ ਵਿਚਾਰ ਦੀ ਕੀਮਤ ਕਦਰ ਪਤਾ ਹੋਵੇ। ਸੋ ਇਸ ਵਾਸਤੇ ਆਪਾਂ ਵਿਚਾਰ ਵੱਲ ਆਈਏ। ਪਹਿਲੇ ਨੰਬਰ 'ਤੇ ਵਾਦ ਚਰਚਾ, ਇਹਨੂੰ ਕਹਿੰਦੇ ਨੇ ਵਿਚਾਰ ਕਰਨੀ। ਮਨ ਵਿੱਚ ਕੋਈ ਪ੍ਰਯੋਜਨ ਨਾ ਹੋਵੇ ਵੀ ਵੱਡੇ ਛੋਟੇ ਦਾ, ਉੱਚੇ ਨੀਵੇਂ ਦਾ, ਪੜ੍ਹੇ ਲਿਖੇ ਦਾ, ਅਨਪੜ੍ਹੇ ਦਾ। ਮਨ ਵਿੱਚ ਇਸ ਪ੍ਰਕਾਰ ਦਾ ਕੋਈ ਪ੍ਰਯੋਜਨ ਨਾ ਹੋਵੇ। ਬਹਿ ਕੇ ਪਿਆਰ ਨਾਲ ਵਿਚਾਰ ਕਰਨੀ। 2 ਜਣੇ ਆ, 4 ਆ, 8 ਆ, 10 ਆ, 20 ਆ, ਸੰਗਤ ਵਿੱਚ ਬਹਿ ਕੇ ਪਿਆਰ ਨਾਲ ਵਿਚਾਰ ਕਰਨੀ ਕਿਸੇ ਵੀ ਟੌਪਿਕ 'ਤੇ, ਕਿਸੇ ਵੀ ਮੁੱਦੇ 'ਤੇ, ਗੁਰ ਇਤਿਹਾਸ 'ਤੇ, ਗੁਰਬਾਣੀ 'ਤੇ, ਕਿਸੇ ਵੀ ਚੀਜ਼ 'ਤੇ। ਕਹਿਣ ਤੋਂ ਭਾਵ ਪਿਆਰ ਨਾਲ ਬਹਿ ਕੇ ਉਹਨੂੰ ਸਮਝਣਾ ਅਤੇ ਸਮਝਣ ਵਾਲੇ ਦੇ ਮਨ ਵਿੱਚ ਵੀ ਹੋਵੇ ਵੀ ਮੈਂ ਸਮਝਣਾ, ਅਤੇ ਸਮਝਾਉਣ ਵਾਲੇ ਦੇ ਮਨ ਵਿੱਚ ਵੀ ਹੋਵੇ ਮੈਂ ਇਹ ਪਿਆਰ ਨਾਲ ਵਿਚਾਰ ਸਮਝਾਉਣੀ ਆ, ਅਤੇ ਬਹਿ ਕੇ ਵਿਚਾਰ ਕਰਨੀ। ਅਤੇ ਉਹਨੂੰ ਕਹਿੰਦੇ ਨੇ ਵਿਚਾਰ ਕਰਨੀ, ਵਾਦ ਚਰਚਾ, ਵਾਦ ਵਿਚਾਰ ਕਰਨੀ। ਦੂਜੇ ਨੰਬਰ 'ਤੇ ਆ ਜਾਓ ਹੇਤ ਚਰਚਾ। ਹੇਤ ਚਰਚਾ ਮੰਨ ਲਓ ਕਿਸੇ ਗੁਰ ਇਤਿਹਾਸ ਨੂੰ ਲੈ ਕੇ, ਕਿਸੇ ਗੁਰਬਾਣੀ ਦੇ ਸ਼ਬਦ ਨੂੰ ਲੈ ਕੇ, ਕਿਸੇ ਗੁਰੂ ਸਾਹਿਬ ਦੇ ਜੀਵਨ ਨੂੰ ਲੈ ਕੇ, ਕਿਸੇ ਭਗਤਾਂ ਦੇ ਜੀਵਨ ਨੂੰ ਲੈ ਕੇ, ਕਿਸੇ ਭੱਟਾਂ ਦੇ ਜੀਵਨ ਨੂੰ ਲੈ ਕੇ, ਕਿਸੇ ਵੀ ਚੀਜ਼ ਨੂੰ ਲੈ ਕੇ ਮਨ ਵਿੱਚ ਕੋਈ ਸੰਸਾ, ਡਾਊਟ ਆ, ਸ਼ੰਕਾ। ਜਿਸ ਤਰ੍ਹਾਂ ਅੱਜ ਕੱਲ੍ਹ ਕਈ ਸ਼ੰਕੇ ਪੈਦਾ ਮਨਮਤੀ ਬਹੁਤ ਕਰਦੇ ਪਏ ਨੇ, ਅਤੇ ਉਹ ਕੋਈ ਦੱਸਣ ਵਾਲਾ, ਸਮਝਾਉਣ ਵਾਲੇ ਬਹੁਤ ਘੱਟ ਨੇ। ਸ਼ੰਕਾ ਅਤੇ ਸੰਸ਼ੇ ਪਾਉਣ ਵਾਲੇ ਜ਼ਿਆਦਾ ਨੇ। ਇਸ ਵਾਸਤੇ ਉਹ ਫਿਰ ਜੀਵ ਜਿਹੜਾ ਪਰਮੇਸ਼ਰ ਤੋਂ, ਵਾਹਿਗੁਰੂ ਤੋਂ ਦੂਰ ਹੁੰਦਾ ਜਾਂਦਾ ਅਤੇ ਇੱਕ ਦਿਨ ਟੁੱਟ ਜਾਂਦਾ, ਅਤੇ ਬਹੁਤ ਟੁੱਟ ਗਏ ਨੇ ਅਤੇ ਟੁੱਟਦੇ ਜਾ ਰਹੇ ਨੇ ਬਹੁਤ। ਸਿੱਖੀ ਤੋਂ, ਬਾਣੀ ਤੋਂ, ਇਤਿਹਾਸ ਤੋਂ, ਅੰਮ੍ਰਿਤ ਵੇਲੇ ਤੋਂ, ਨਿਤਨੇਮ ਦੀਆਂ ਬਾਣੀਆਂ ਤੋਂ। ਸੋ ਆਪਣਾ ਜੋ ਵਿਸ਼ਾ ਹੈ ਉਹ 4 ਪ੍ਰਕਾਰ ਦੀ ਚਰਚਾ। ਪਹਿਲੇ ਨੰਬਰ ਦੀ ਦੱਸਤੀ ਵਾਦ ਚਰਚਾ, ਵਿਚਾਰ ਕਰਨੀ, ਪਿਆਰ ਦੇ ਨਾਲ ਸੰਸਾ ਦੂਰ ਕਰ ਲੈਣਾ। ਦੂਜੇ ਨੰਬਰ 'ਤੇ ਹੇਤ ਚਰਚਾ, ਇਹਨੂੰ ਵੀ ਕਹਿੰਦੇ ਨੇ
ਕਿਸੇ ਪ੍ਰਕਾਰ ਦਾ ਕੋਈ ਸੰਸਾ ਖੜਾ ਹੋ ਜੇ ਤੇ ਸੰਗਤ ਵਿੱਚ ਬਹਿ ਕੇ ਪਿਆਰ ਨਾਲ ਵਿਚਾਰ ਕਰਨੀ, ਇਹ ਸੰਸਾ ਦੂਰ ਕਰ ਲੈਣਾ। ਇਹਨੂੰ ਵੀ ਕਹਿੰਦੇ ਨੇ ਹੇਤ ਚਰਚਾ। ਜਿਸ ਤਰ੍ਹਾਂ ਮਨ ਵਿੱਚ ਆ ਗਿਆ, ਇੱਕ ਦੂ ਜੀਭਉ ਲੱਖ ਹੋਹੇ, ਲੱਖ ਹੋਵੈ ਲੱਖ ਵੀਸ, ਇਹ ਕਿੱਦਾਂ ਹੋ ਸਕਦਾ? ਮਨ ਵਿੱਚ ਸ਼ੰਕਾ ਆ ਗਿਆ, ਡਾਊਟ ਆ ਗਿਆ ਵੀ ਕਿੱਦਾਂ ਲੱਖਾਂ ਜੀਭਾਂ ਬਣ ਜਾਂਦੀਆਂ, ਕਿੱਦਾਂ ਕਰੋੜਾਂ ਰੋਮ ਨਾਮ ਜਪਦੇ ਨੇ। ਫਿਰ ਜਦੋਂ ਉਹ ਅਵਸਥਾ ਬਣੀ, ਵਾਹਿਗੁਰੂ ਵਾਹਿਗੁਰੂ ਕਰਦਿਆਂ ਅਵਸਥਾ ਬਣੀ, ਫਿਰ ਉਹ ਪਤਾ ਲੱਗਿਆ ਵੀ ਵਾਕਈ ਹੀ ਕਰੋੜਾਂ ਰੋਮ ਵੀ ਨਾਮ ਜਪਦੇ ਨੇ, ਵਾਕਈ ਹੀ ਲੱਖਾਂ ਜੀਭਾਂ ਦੇ ਨਾਲ ਨਾਮ ਜਪਿਆ ਜਾਂਦਾ ਬਣ ਜਾਂਦੀਆਂ ਹਨ, ਰੋਮ ਰੋਮ ਜੀਭਾਂ ਬਣ ਜਾਂਦੀਆਂ ਹਨ। ਕਹਿਣ ਤੋਂ ਭਾਵ ਕਰੋੜਾਂ ਰੋਮ ਨਾਮ ਜਪਦੇ ਨੇ। ਇਹ ਹੋ ਗਿਆ ਸੰਸ਼ਾ ਦੂਰ, ਜਿਹੜਾ ਸ਼ੰਕਾ ਪਿਆ ਉਹ ਦੂਰ ਹੋ ਗਿਆ। ਕਿਸੇ ਗੁਰੂ ਸਾਹਿਬਾਂ 'ਤੇ ਪੈ ਗਿਆ, ਭਗਤਾਂ 'ਤੇ ਪੈ ਗਿਆ, ਗੁਰ ਧਾਮਾਂ 'ਤੇ ਪੈ ਗਿਆ, ਉਹ ਸ਼ੰਕਾ ਜਿਹੜਾ ਸਾਡਾ ਕਹਿਣ ਤੋਂ ਭਾਵ ਦੂਰ ਹੋ ਗਿਆ। ਉਹਨੂੰ ਕਹਿੰਦੇ ਨੇ ਹੇਤ ਚਰਚਾ। ਇਹ 2 ਨੰਬਰ ਦੀ ਚਰਚਾ ਕਰਨੀ ਆ। ਅਤੇ 2 ਨੰਬਰ ਕਿਹੜੀ ਨਹੀਂ ਕਰਨੀ? ਜਲਪ ਚਰਚਾ ਅਤੇ ਵਟੰਦੇ ਚਰਚਾ। ਇਹ ਕਿਹੜੀ ਆ? ਜਲਪ ਚਰਚਾ 3 ਨੰਬਰ 'ਤੇ। ਆਪਣੀ ਗੱਲ ਭਾਵੇਂ ਸੱਚ ਹੀ ਹੋਵੇ, ਝੂਠੀ ਹੋਵੇ, ਉਹਨੂੰ ਜਿਵੇਂ ਰਿੜਕਦੇ ਲੱਸੀ ਨੂੰ, ਕਹਿੰਦੇ ਲੱਸੀ ਨੂੰ ਰਿੜਕੀ ਜਾਣਾ, ਵਿੱਚ ਕੁਛ ਨਿਕਲਣਾ ਨਾ। ਜਿਵੇਂ ਕਹਿੰਦੇ ਸਿਆਣੇ ਕਹਿੰਦੇ ਪਾਣੀ 'ਚ ਮਧਾਣੀ ਪਾਈ ਆ, ਪਾਣੀ 'ਚ ਮਧਾਣੀ ਪਾਇਆ ਕੁਛ ਨਹੀਂ ਨਿਕਲਦਾ। ਇਸ ਤਰ੍ਹਾਂ ਜਲਪ ਚਰਚਾ, ਜਲ ਨੂੰ ਰਿੜਕੀ ਜਾਣਾ, ਪਾਣੀ ਨੂੰ ਰਿੜਕੀ ਜਾਣਾ, ਲੱਸੀ ਨੂੰ ਰਿੜਕੀ ਜਾਣਾ, ਵਿੱਚੋਂ ਕੁਛ ਨਿਕਲਣਾ ਨਾ। ਕਹਿਣ ਤੋਂ ਭਾਵ ਭਾਵੇਂ ਕੋਈ ਗੁਰਬਾਣੀ ਦੇ ਇਤਿਹਾਸ ਦੇ ਸਾਖੀਆਂ ਦੇ ਪ੍ਰਮਾਣ ਦੇ ਕੇ, ਵੇਦ ਸ਼ਸਤਰਾਂ ਦੇ ਪ੍ਰਮਾਣ ਦੇ ਕੇ ਸਮਝਾਈ ਜਾਵੇ, ਉਹ ਗੱਲ ਨੂੰ ਸੁਣਨਾ ਨਾ, ਸਮਝਣਾ ਨਾ, ਮੰਨਣਾ ਨਾ ਵੀ ਮੈਂ ਨਾ ਮੰਨੂ। ਮੈਂ ਨਾ ਮੰਨੂ ਵਾਲੀ ਗੱਲ ਜਿਹੜੀ ਆ, ਇਹ ਜਲਪ ਚਰਚਾ ਹੈ। ਇਹਨੂੰ ਕਹਿੰਦੇ ਜਲਪ ਚਰਚਾ। ਵੀ ਜੇ ਮੈਂ ਮੰਨ ਗਿਆ, ਜਿਹੜੀ ਮੈਂ ਵਿੱਦਿਆ ਪੜ੍ਹਿਆ ਉਹ ਨੀਵੀਂ ਨਾ ਪੈ ਜੇ, ਮੈਂ ਨੀਵਾਂ ਨਾ ਪੈ ਜਾ। ਪਰ ਨਹੀਂ, ਪੜ੍ਹਿਆ ਅਨਪੜ੍ਹਿਆਂ ਦੀ ਗੱਲ ਨਹੀਂ, ਵੱਡੇ ਛੋਟੇ ਦੀ ਗੱਲ ਨਹੀਂ, ਉੱਚੇ ਨੀਵੇਂ ਦੀ ਗੱਲ ਨਹੀਂ। ਇੱਥੇ ਬਹਿ ਕੇ ਪਿਆਰ ਨਾਲ ਵਿਚਾਰ ਕੀਤੀ ਜਾਵੇ। ਜਿਵੇਂ ਪਹਿਲਾਂ ਦੱਸਿਆ ਸੀਗਾ, ਵਾਦ ਚਰਚਾ ਅਤੇ ਹੇਤ ਚਰਚਾ। ਅਤੇ ਜਲਪ ਤਾਂ ਫਿਰ ਪਾਣੀ 'ਚ ਮਧਾਣੀ ਪਾਉਣੀ, ਭਾਵੇਂ ਪ੍ਰਮਾਣ ਦ੍ਰਿਸ਼ਟਾਂਤ ਆਪਾਂ ਦੇਈ ਜਾਈਏ, ਨਾ ਮੰਨਣਾ, ਉਹਨੂੰ ਕਹਿੰਦੇ ਨੇ ਜਲਪ ਚਰਚਾ। 4 ਨੰਬਰ 'ਤੇ ਆ ਜਾਓ, ਅਤੇ ਲਾਸਟ ਵਾਲੀ, ਜਿਹਨੂੰ ਕਹਿੰਦੇ ਨੇ ਵਟੰਦਾ ਵਾਦ ਜਾਂ ਵਟੰਦੇ ਚਰਚਾ। ਜਿਵੇਂ ਅਨੇਕਾਂ ਪ੍ਰਮਾਣ ਦ੍ਰਿਸ਼ਟਾਂਤ ਗੁਰਬਾਣੀ ਦੇ, ਇਤਿਹਾਸ ਦੇ, ਵੇਦਾਂ ਸ਼ਾਸਤਰਾਂ ਦੇ ਦੇਈ ਜਾਣੇ, ਨਾ ਮੰਨਣਾ, ਉਹਨੂੰ ਆਪਦੀ ਗੱਲ ਨੂੰ ਅੱਗੇ ਰੱਖੀ ਜਾਣਾ, ਉਹ ਗੱਲ 'ਤੇ ਝਗੜਾ ਖੜ੍ਹਾ ਕਰਨਾ, ਨਹੀਂ ਮੈਂ ਸੱਚਾ, ਮੈਂ ਜ਼ਿਆਦਾ ਜਾਣਦਾ, ਮੈਂ ਜ਼ਿਆਦਾ ਸਮਝਦਾਰ ਹਾਂ। ਉਹਨੂੰ ਕਹਿੰਦੇ ਵਟੰਦਾ ਵਾਦ, ਵਟੰਦੇ ਚਰਚਾ। ਕਹਿਣ ਤੋਂ ਭਾਵ ਗੱਲ ਕੋਈ ਹੋਣੀ ਕਰਨੀ ਕੋਈ, ਗੱਲ ਕੋਈ ਹੋਣੀ ਕਰਨੀ ਕੋਈ, ਉਹਨੂੰ ਸਮਝਣਾ ਨਾ। ਨਾਸਤਿਕ ਹੋਣਾ, ਨਾ ਕੋਈ ਗੁਰੂ ਪੀਰ ਹੋਣਾ, ਨਾ ਕੋਈ ਜੀਵਨ ਨਿਤਨੇਮ ਹੋਣਾ, ਆਪ ਨਾਸਤਿਕ ਹੋਣਾ। ਅਤੇ ਜਿਹੜੇ ਵਿਚਾਰਵਾਨ ਨੇ, ਬੁੱਧੀਵਾਨ ਨੇ, ਜਿਹੜਾ ਸਮਝਾਉਣਾ ਚਾਹੁੰਦੇ ਨੇ, ਉਹਦੀ ਗੱਲ ਨੂੰ ਕੱਟੀ ਜਾਣਾ, ਮੰਨਣਾ ਨਾ, ਉਹਦੀ ਗੱਲ ਨੂੰ ਕੱਟੀ ਜਾਣਾ, ਉਹਦੇ ਬਚਨ ਨੂੰ ਕੱਟਣਾ। ਉਹਨੂੰ ਕਹਿੰਦੇ ਵਟੰਦੇ ਚਰਚਾ। ਉਹਦਾ ਕੋਈ ਫਾਇਦਾ ਨਹੀਂ, ਉਹ ਰੋਕੀ ਗਈ ਹੈ ਗੁਰੂ ਸਾਹਿਬਾਂ ਵੱਲੋਂ। ਵਟੰਦੇ ਚਰਚਾ ਨਹੀਂ ਕਰਨੀ, ਜਲਪ ਚਰਚਾ ਨਹੀਂ ਕਰਨੀ। ਅਤੇ ਕਿਹੜੀ ਚਰਚਾ ਫਿਰ? ਜਿਸ ਤਰ੍ਹਾਂ ਮੰਨ ਲਓ ਆਪਾਂ ਨੂੰ 1-2 ਪ੍ਰਮਾਣ ਵੀ ਲੈ ਲਈਏ ਗੁਰਬਾਣੀ ਦੇ, ਕਿਉਂਕਿ ਆਪਾਂ ਗੁਰਬਾਣੀ ਨੂੰ ਆਧਾਰ ਬਣਾ ਕੇ ਵਿਚਾਰ ਕਰਦੇ ਹਾਂ। ਸੋ ਜਿਸ ਤਰ੍ਹਾਂ ਆਓ ਭੈਣੇ ਗਲ ਮਿਲ ਹੈ, ਅੰਕ ਸਹੇਲੜੀ ਆ। ਇਹ ਕਹਿੰਦੇ ਆਓ ਸਖੀਆਂ ਰੂਪ ਭੈਣੋ, ਸੱਜਣੋ ਮਿੱਤਰੋ, ਸੰਗਤ ਕਰਨ ਵਾਲਿਓ, ਆਓ ਗਲ ਮਿਲ ਲੱਗ ਕੇ ਜਿਹੜਾ ਕੀ ਕਰੀਏ, ਮਿਲ ਕੇ ਕਰਹਿ ਕਹਾਣੀਆਂ। ਮਿਲ ਕੇ ਉਹ ਰੱਬ ਦੇ ਪਿਆਰਿਆਂ ਦੀਆਂ, ਰੱਬ ਦੇ ਪਿਆਰਿਆਂ ਦੀਆਂ, ਰੱਬ ਦੀਆਂ, ਪਰਮਾਤਮਾ ਦੀਆਂ, ਪਰਿਪੂਰਨ ਖੁਦਾ ਦੀਆਂ, ਉਸ ਵਾਹਿਗੁਰੂ ਦੀਆਂ ਕਹਾਣੀਆਂ ਨੂੰ ਗਾਈਏ, ਉਹਦੇ ਜਸ ਨੂੰ ਗਾਈਏ। ਸਮਰੱਥ ਕੰਤ ਕੀ ਆਹ, ਜਿਹੜਾ ਸਮਰੱਥ
ਉਕੰਤਪਤੀ ਪਰਮੇਸ਼ਰ, ਉਹਦੀਆਂ ਕਹਾਣੀਆਂ ਨੂੰ ਰਲ ਮਿਲ ਕੇ ਗਾਈਏ, ਰਲ ਮਿਲ ਕੇ ਬਈਏ। ਇਸ ਤਰ੍ਹਾਂ ਪ੍ਰਮਾਣ ਆਪਾਂ ਨੂੰ ਮਿਲਦੇ ਹਨ। ਹੋਰ ਪ੍ਰਮਾਣ ਲੈ ਲਈਏ ਜਿਵੇਂ ਵਟੰਦਾਵਾਦ ਦਾ। ਜੇ ਤਾਂ ਕੋਈ ਮਿਲ ਜੇ ਰੱਬ ਦਾ ਪਿਆਰਾ, ਕਹਿੰਦੇ ਨੇ ਸੰਤ ਮਿਲੈ ਕਿਛ ਸੁਣੀਐ ਕਹੀਐ। ਜੇ ਰੱਬ ਦਾ ਪਿਆਰਾ ਮਿਲ ਜੇ, ਕੁਛ ਕਹੀਏ ਅਤੇ ਕੁਛ ਸੁਣੀਏ। ਸੰਤ ਮਿਲੈ ਕਿਛ ਸੁਣੀਐ, ਪਹਿਲਾਂ ਸੁਣੀਐ ਫਿਰ ਕਹੀਐ। ਫਿਰ ਕੀ ਕਹਿੰਦੇ ਨੇ, ਮਿਲੇ ਅਸੰਤ ਮਸਟ ਕਰ ਰਹੀਐ। ਜੇ ਅਸੰਤ ਮਿਲ ਜੇ, ਅੱਗੇ ਐੜਾ ਲੱਗ ਗਿਆ, ਸੰਤ ਨਾ ਹੋਵੇ, ਨਾਸਤਿਕ ਹੋਵੇ, ਫਿਰ ਕਹਿੰਦੇ ਨੇ ਮਿਲੇ ਅਸੰਤ ਮਸਟ ਕਰ ਰਹੀਐ। ਮਸਟ ਕਹਿੰਦੇ ਫਿਰ ਚੁੱਪ ਕਰ ਜਾਓ, ਉੱਥੇ ਬੋਲਣ ਦਾ ਫਿਰ ਫਾਇਦਾ ਨਹੀਂ। ਇਸ ਵਾਸਤੇ ਇਹ ਜਿਹੜੀ ਬਹੁਤ ਜ਼ਰੂਰੀ ਆ, ਜੋ ਅੱਜ ਦੇ ਸਮੇਂ ਵਿੱਚ ਵੀ ਕਈ ਸਵਾਲ ਕਰਦੇ ਨੇ, ਕਿਹੜੀ ਚਰਚਾ ਕਰਨੀ ਆ ਜੀ, ਕਿਹੜੀ ਨਹੀਂ ਕਰਨੀ, ਕਿਹਦੇ ਨਾਲ ਚਰਚਾ ਕਰਨੀ, ਕਿਹਦੇ ਨਾਲ ਨਹੀਂ ਕਰਨੀ। ਇਹ 4 ਪ੍ਰਕਾਰ ਦੀ ਚਰਚਾ ਦੀ ਆਪਾਂ ਸ਼ਾਰਟ ਵਿੱਚ ਵਿਚਾਰ ਕੀਤੀ ਆ, ਅਤੇ ਵਿਸਥਾਰ ਹੋਰ ਵੀ ਲੰਬਾ ਹੋ ਸਕਦਾ ਹੈ, ਪਰ ਸਮੇਂ ਅਨੁਸਾਰ ਆਪਾਂ ਇਹਦੀ ਜ਼ਿਆਦਾ ਵਿਚਾਰ ਨਹੀਂ ਕਰ ਸਕਦੇ, ਕਿਉਂਕਿ ਜ਼ਿਆਦਾ ਆਡੀਓ ਲੰਬੀ ਹੋਵੇਗੀ। ਇਸ ਵਾਸਤੇ ਆਪਾਂ ਇਹਦੀ ਸਮੇਂ ਅਨੁਸਾਰ ਵਿਚਾਰ ਕੀਤੀ ਆ, ਅਤੇ ਵਿਚਾਰ ਕਰਦਿਆਂ ਪਾਸੋਂ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋਣੀਆਂ ਸੁਭਾਵਿਕ ਹਨ। ਸਤਿਗੁਰੂ ਸਾਹਿਬ ਜੀ ਅਤੇ ਸੰਗਤ ਨੇ ਬਖਸ਼ ਲੈਣਾ। ਹੋਈਆਂ ਭੁੱਲਾਂ ਚੁੱਕਾਂ ਦੀ ਮਾਹੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।